ਦੋਸਤੋ ਇਸ ਵਕਤ ਅਸੀਂ ਹਲਕਾ ਭਲੱਥ ਦਾ ਪਿੰਡ ਹੈਗਾ ਰੰਧਾਵਾ ਜੀਟੀ ਰੋਡ ਦੇ ਉੱਤੇ ਆ ਬਿਲਕੁਲ। ਅਸੀਂ ਇਹਨਾਂ ਦੇ ਘਰੇ ਖੜੇ ਆ। ਪ੍ਰੇਮ ਸਿੰਘ ਜੀ ਇਹਨਾਂ ਦਾ ਸੁਪੁੱਤਰ ਨਿਸ਼ਾਨ, ਉਹਦੀ ਫੋਟੋ ਕਿੱਥੇ ਦਿਖਾਓ ਜ਼ਰਾ। ਨਿਸ਼ਾਨ ਸਿੰਘ ਇਹਨਾਂ ਦਾ ਬੇਟਾ ਸੀ, 30 ਸਾਲ ਉਮਰ ਆ। ਇਹ ਉੱਥੇ ਬੜੀ ਮੁਸ਼ਕਿਲ ਨਾਲ ਪੈਸੇ ਪੂਸੇ ਖਰਚ ਕੇ ਤੇ ਮਨੀਲਾ ਫਿਲੀਪਾਈਨਸ ਵਿੱਚ ਇਹਨੂੰ ਭੇਜਿਆ ਗਿਆ ਸੀ ਮੁੰਡੇ ਨੂੰ। ਇਹ ਪਿਛਲੇ 5 ਸਾਲ ਦਾ ਫਿਲੀਪਾਈਨਸ ਗਿਆ ਹੋਇਆ ਸੀਗਾ ਔਰ ਹੁਣ ਇਹ ਪੱਕਾ ਹੋ ਕੇ ਮੁੜਨ ਵਾਲਾ ਸੀਗਾ ਤਕਰੀਬਨ, ਜਦ ਨੂੰ ਕਿ 8 ਅਗਸਤ ਨੂੰ ਇਸ ਨੌਜਵਾਨ ਦੀ ਉੱਥੇ ਜਿਹੜਾ ਹੈ ਕਤਲ ਹੋ ਗਿਆ। ਤੁਹਾਨੂੰ ਪਤਾ ਮਨੀਲਾ ਵਿੱਚ ਫਿਲੀਪਾਈਨਸ ਵਿੱਚ ਫਾਈਨੈਂਸ ਵਗੈਰਾ ਡੇ ਟੂ ਡੇ ਫਾਈਨੈਂਸ ਦਾ ਕੱਪੜੇ ਦਾ ਵਪਾਰ ਕਰਦੇ ਨੇ ਆਪਣੇ ਪੰਜਾਬ ਦੇ ਲੋਕੀ। ਬਹੁਤ ਸਾਰੇ ਪਹਿਲਾਂ ਵੀ ਕਤਲ ਹੋਏ ਨੇ, ਲੇਕਿਨ ਇਹ ਸਾਡੇ ਇਲਾਕੇ ਦਾ ਜਿਹੜਾ ਮੁੰਡਾ ਇਹ ਮਾਰਿਆ ਗਿਆ। ਇਹਦੀਆਂ 5 ਭੈਣਾਂ ਨੇ। ਇੱਕ ਵਾਰ ਤੁਸੀਂ ਘਰ ਦੇ ਹਾਲਾਤ ਵੈਸੇ ਦੇਖ ਸਕਦੇ ਹੋ ਕੀ ਹਾਲਾਤ ਨੇ, ਦੇਖੋ ਬਿਲਕੁਲ ਜਿੱਦਾਂ ਕਹਿੰਦੇ ਕਿ ਮਾਰਜਨਲ ਛੋਟੇ ਤੋਂ ਛੋਟਾ ਕਿਸਾਨ ਹੈਗਾ। ਔਰ ਇਹਨਾਂ ਦਿਨਾਂ ਦੇ ਵਿੱਚ ਹੀ ਇਹਨਾਂ ਦਾ ਕੋਠਾ ਕਿੱਥੇ ਡਿੱਗਿਆ ਦੱਸਿਓ ਜ਼ਰਾ, ਕਿਹੜੇ ਪਾਸੇ? ਪਿੱਛੇ ਇਹਦੇ ਪਿੱਛੇ ਇੱਕ ਇਹਨਾਂ ਦਾ ਘਰ ਦਾ ਕੋਠਾ ਸੀਗਾ, ਉਹ ਕੋਠਾ ਵੀ ਜਿਹੜਾ ਹੈਗਾ ਉਹ ਡਿੱਗ ਗਿਆ ਵਾ। ਸੋ ਪਹਿਲਾਂ ਤਾਂ ਇਸ ਤੋਂ ਪਹਿਲਾਂ ਕਿ ਮੈਂ ਆਪਾਂ ਅੱਗੇ ਚਰਚਾ ਕਰੀਏ, ਨੁਕਤਾ ਇੰਪੋਰਟੈਂਟ ਹੈ ਸਾਡੇ ਬੱਚੇ ਵਿਦੇਸ਼ਾਂ ਵਿੱਚ ਜਾ ਕੇ ਕਿੱਦਾਂ ਆਪਣੀਆਂ ਜਾਨਾਂ ਗਵਾ ਰਹੇ ਨੇ। ਉਸ ਤੋਂ ਪਹਿਲਾਂ ਮੈਂ ਕਹਿਣਾ ਚਾਹੁੰਦਾ ਕਿ ਮੇਰੇ ਨਾਲ ਆਏ ਨੇ ਮਾਨ ਸਿੰਘ ਜੀ। ਇਹ ਅਕਾਲਾ ਪਿੰਡ ਆ ਸਾਡੇ, ਇਹ ਸਰਪੰਚ ਨੇ ਉੱਥੋਂ ਦੇ ਪਿੰਡ ਦੇ ਮੌਕੇ ਦੇ। ਇਹਨਾਂ ਦੇ ਬੱਚੇ ਬਾਹਰ ਰਹਿੰਦੇ ਨੇ, ਇਟਲੀ ਤੇ ਇੰਗਲੈਂਡ ਵਗੈਰਾ। ਇਹ ਉੱਦਾਂ ਚੈਰਿਟੀ ਕਰਦੇ ਨੇ, ਮਦਦ ਕਰਦੇ ਨੇ। ਆ ਪਿਛਲੇ ਦਿਨਾਂ ਵਿੱਚ ਜਿਹੜੇ ਹੜ੍ਹ ਪੀੜਤ ਸੀਗੇ ਕਿਸਾਨ, ਜਿਹੜੀਆਂ 4 ਮੌਤਾਂ ਹੋਈਆਂ, ਉੱਥੇ ਵੀ ਇਹਨਾਂ ਨੇ ਮਦਦ ਕੀਤੀ। ਤੇ ਜਦੋਂ ਮੈਂ ਇਹਨਾਂ ਨੂੰ ਇਹਦੇ ਬਾਰੇ ਦੱਸਿਆ ਤੇ ਇਹ ਅੱਜ 50,000 ਰੁਪਈਆ ਹੈ ਤਾਂ ਕੁਛ ਵੀ ਨਹੀਂਗਾ, ਛੋਟੀ ਜਿਹੀ ਮਦਦ ਹੈਗੀ ਆ, ਇਹਨਾਂ ਦੇ ਘਰ ਵਿੱਚ ਦੇਣ ਵਾਸਤੇ ਆਏ ਆ। ਅਸੀਂ ਇਹਨਾਂ ਦਾ ਕੋਠਾ ਵੀ ਬਣਵਾਉਣ ਦੀ ਕੋਸ਼ਿਸ਼ ਕਰਾਂਗੇ, ਉਹ ਵੀ ਮੈਂ ਗੱਲ ਕੀਤੀ ਆ। ਸਾਡੇ ਹਲਕਾ ਭਲੱਥ ਦੇ ਬੇਗੋਵਾਲ ਤੋਂ ਲਾਇਨਸ ਕਲੱਬ ਆ, ਰਿਸ਼ਪਾਲ ਸਿੰਘ ਬੇਗੋਵਾਲ ਵਾਲੇ ਉਹਨਾਂ ਦੇ ਚੇਅਰਮੈਨ, ਉਹਨਾਂ ਨਾਲ ਕੀਤੀ ਆ। ਕੁਛ ਇਹਨਾਂ ਦੀ ਹੋਰ ਵੀ ਆਪਾਂ ਮਦਦ ਕਰਨ ਦੀ ਕੋਸ਼ਿਸ਼ ਕਰਾਂਗੇ। ਜਿਹੜਾ ਨੁਕਤਾ ਇੱਥੇ ਅੱਜ ਮੈਂ ਗੱਲ ਕਰਨ ਆਇਆ ਕਿ ਇਸ ਵਕਤ ਕੀ ਇੱਕ ਪੰਜਾਬ ਦੇ ਵਿੱਚ ਦੌੜ ਲੱਗੀ ਹੋਈ ਆ, ਪਿੰਡਾਂ ਦੇ ਪਿੰਡ ਖਾਲੀ ਹੋ ਰਹੇ ਨੇ। ਬੱਚੇ ਜਿਹੜੇ ਨੇ ਉਹ ਹਾਇਰ ਐਜੂਕੇਸ਼ਨ ਛੱਡ ਕੇ ਆਈਲੈਟਸ ਦਾ ਕੋਰਸ ਕਰਕੇ ਤੇ ਵਿਦੇਸ਼ਾਂ ਨੂੰ ਲੱਖਾਂ ਦੀ ਤਾਦਾਦ ਵਿੱਚ ਭੱਜ ਰਹੇ ਨੇ। ਮਾਲਵਾ, ਜਿੱਥੇ ਕਦੀ ਮਾਨਸਾ, ਬਠਿੰਡਾ, ਮੋਗਾ ਨਹੀਂ, ਉਧਰ ਨਹੀਂ ਵੀ ਸੁਣੇ ਸੀਗੇ, ਉਹ ਵੀ ਸਾਰੇ ਦੌੜ ਲੱਗੀ ਹੋਈ ਆ। ਔਰ ਇਹਦਾ ਕਾਰਨ ਇਹ ਹੈਗਾ ਕਿ ਇੱਥੇ ਇੱਕ ਤਾਂ ਨੌਕਰੀਆਂ ਦੀ ਕਮੀ ਹੈਗੀ ਹੈ, ਦੂਸਰਾ ਕਿ ਜਿਹੜਾ ਸਾਡਾ ਮੇਨ ਕਿੱਤਾ ਸੀਗਾ ਉਹ ਖੇਤੀਬਾੜੀ ਆ ਪੰਜਾਬ ਦਾ। ਖੇਤੀਬਾੜੀ ਜਿਹੜੀ ਆ ਪਿਛਲੇ ਕਾਫੀ ਅਰਸੇ ਤੋਂ ਸਹੀ ਭਾਅ ਨਾ ਮਿਲਣ ਦੇ, ਮਾਰਕੀਟਿੰਗ ਨਾ ਅਵੇਲੇਬਲ ਹੋਣ ਦੇ ਕਿਸਾਨ ਜਿਹੜਾ ਵਾ ਉਹ ਹਤਾਸ਼ ਹੋ ਗਿਆ। ਹੌਲੀ ਹੌਲੀ ਕਰਜ਼ਈ ਹੁੰਦਾ ਇਸ ਲੈਵਲ ਤੱਕ ਆ ਗਿਆ ਕਿ ਜਿਹੜੇ ਤਾਂ ਕਿਸਾਨ ਬਹੁਤ ਗਰੀਬ ਨੇ ਉਹ ਤਾਂ ਜਦੋਂ ਜ਼ਿਆਦਾ ਉਹਦੇ ਕਰਜ਼ਾ ਚੜ੍ਹ ਜਾਂਦਾ ਉਹ ਆਪਣੀ ਜਾਨ ਗਵਾ ਲੈਂਦੇ ਨੇ, ਸੁਸਾਈਡ ਕਰ ਲੈਂਦੇ ਨੇ। ਅਕਸਰ ਦੇਖਦੇ ਹੋ ਤੁਸੀਂ, ਸਾਰੇ ਪੰਜਾਬ 'ਚ ਖਬਰਾਂ ਆਉਂਦੀਆਂ ਰਹਿੰਦੀਆਂ। ਤੇ ਜਿਹੜੇ ਕੋ ਮਾੜੇ ਮੋਟੇ ਸਾਹ ਲੈਂਦੇ ਨੇ ਉਹ ਆਪਣੇ ਨਿਆਣਿਆਂ ਨੂੰ ਇੱਥੋਂ ਕੱਢ ਰਹੇ ਨੇ। ਉਹਦੇ 'ਚ ਜਿੱਦਾਂ ਆਰਥਿਕਤਾ ਕਾਰਨ ਹੈਗਾ, ਇੱਕ ਨਸ਼ੇ ਦਾ ਵੀ ਬਹੁਤ ਰੌਲਾ। ਮੈਂ ਉਸ ਪਾਸੇ ਹੁਣ ਜਾਣਾ ਨਹੀਂ ਚਾਹੁੰਦਾ। ਬਹੁਤ ਜ਼ਿਆਦਾ ਬੱਚਿਆਂ ਦਾ, ਪੇਰੈਂਟਸ ਨੂੰ ਡਰ ਆ ਕਿ ਸਾਡਾ ਜਿਹੜਾ ਬੱਚਾ ਵਾ ਉਹ ਕਿਸੇ ਕਿਤੇ ਕੋਈ ਚਿੱਟੇ ਚੁੱਟੇ ਦਾ ਸ਼ਿਕਾਰ ਨਾ ਹੋ ਜਾਏ, ਉਹਨੂੰ ਇੱਥੋਂ ਛੇਤੀ ਦੇ ਕੇ ਕੱਢ ਦਿਓ। ਇੱਕ ਟ੍ਰੈਂਡ ਬਣ ਗਿਆ ਵਾ। ਔਰ ਪਿੱਛੇ ਭਗਵੰਤ ਮਾਨ ਨੇ ਕਿਹਾ ਜੀ ਅਸੀਂ ਤਾਂ ਇਹੋ ਜਿਹੇ ਹਾਲਾਤ ਪੈਦਾ ਕਰਾਂਗੇ ਕਿ ਇੱਥੇ ਜਿਹੜੇ ਗੋਰੇ ਵੀ ਨੇ, ਯੂ ਕੈਨ ਕਮ ਕਲੋਜ਼ਰ, ਜਿਹੜੇ ਗੋਰੇ ਵੀ ਨੇ ਉਹ ਇੱਥੇ ਪੰਜਾਬ ਦੇ ਵਿੱਚ ਨੌਕਰੀਆਂ ਕਰਨ ਆਉਣਗੇ। ਪਰ ਜਿੱਦਾਂ ਦਾ ਵਾਤਾਵਰਨ ਪਿਛਲੇ 1.5-2 ਸਾਲ ਦਾ ਨਜ਼ਰ ਆਇਆ, ਗੋਰਿਆਂ ਨੇ ਤਾਂ ਕੀ ਕਰਨਾ, ਇੱਥੇ ਸਾਡੇ ਬੱਚੇ ਕੋਈ ਟਿਕਣ ਨੂੰ ਤਿਆਰ ਨਹੀਂ। ਚਲੋ ਮੈਂ ਇਸ ਸਰਕਾਰ ਦੀ ਵੀ ਨੁਕਤਾਚੀਨੀ ਨਹੀਂ ਕਰਦਾ, ਛੱਡ ਦਿਓ ਇਸ ਗੱਲ ਨੂੰ। ਇਸ ਨੂੰ ਹੁਣ ਇਹਦਾ ਕਿੱਦਾਂ ਇੰਪਰੂਵ ਕੀਤਾ ਜਾ ਸਕਦਾ ਪੰਜਾਬ ਦੀ, ਕਿਉਂਕਿ ਅਗਰ ਇਕੋਨਮੀ ਠੀਕ ਹੋਊਗੀ ਤੇ ਫਿਰ ਹੀ ਇੱਥੇ ਸਾਡੇ ਬੱਚੇ ਵਾਪਸ ਟਿਕਣਗੇ ਨਾ। ਜਿਹੜੀਆਂ ਨੌਕਰੀਆਂ ਦਾ ਲਾਲਚ ਦਿੱਤਾ ਜਾ ਰਿਹਾ, ਮੈਂ ਪੰਜਾਬ ਦੇ ਸਾਰੇ ਨੌਜਵਾਨਾਂ ਨੂੰ ਔਰ ਆਪਣੇ ਸਰਕਾਰ ਵੱਲੋਂ ਜਿਹੜਾ ਰੋਜ਼ ਪਬਲਿਸਿਟੀ ਕੀਤੀ ਜਾ ਰਹੀ, ਉਹਦਾ ਸੱਚ ਇਹ ਹੈਗਾ ਕਿ ਕੁੱਲ ਪੰਜਾਬ ਦੀ ਸਰਕਾਰੀ ਨੌਕਰੀ ਤਕਰੀਬਨ 4 ਲੱਖ ਆ। ਹੁਣ ਸਾਰੀ 4 ਲੱਖ ਤਾਂ ਖਾਲੀ ਹੈ ਨਹੀਂ ਗੀ, ਖਾਲੀ ਹੁੰਦੀ ਹੈ ਐਟ ਐਨੀ ਗਿਵਨ ਪੁਆਇੰਟ ਆਫ ਟਾਈਮ ਲੱਖ ਸਵਾ ਲੱਖ ਨੌਕਰੀ ਖਾਲੀ ਆ, ਜਿਹਦੇ 'ਚੋਂ ਭਗਵੰਤ ਕਹਿੰਦਾ ਵਾ ਕਿ ਅਸੀਂ 29,000 ਨੌਕਰੀ ਦੇ ਚੁੱਕੇ ਹਾਂ। ਹੋਰ ਨੌਕਰੀ ਦੇਣ ਵਾਸਤੇ ਕਿੰਨੀ ਦੇ ਲੂਗਾ ਨੌਕਰੀ? 10,000 ਦੇ ਲੂਗਾ, 20,000 ਨੌਕਰੀ ਦੇ ਲੂਗਾ। ਲੇਕਿਨ ਨੌਜਵਾਨ ਪੜ੍ਹ ਲਿਖ ਕੇ ਜਦੋਂ ਆਪਾਂ ਗੱਲ ਕਰ ਰਹੇ ਹਾਂ, ਹਰ ਸਾਲ ਦੇ ਵਿੱਚ ਤਕਰੀਬਨ 20-25 ਲੱਖ ਨੌਜਵਾਨ ਐਟ ਐਨੀ ਗਿਵਨ ਪੁਆਇੰਟ ਆਫ ਟਾਈਮ ਬੇਰੁਜ਼ਗਾਰ ਪੰਜਾਬ ਦੇ ਵਿੱਚ ਘੁੰਮ ਰਿਹਾ ਵਾ, ਜਿਹਦੇ 'ਚ ਪੜ੍ਹੇ ਲਿਖੇ ਵੀ ਨੇ ਤੇ ਸਕਿਲਡ ਵੀ ਨੇ ਤੇ ਅਨਸਕਿਲਡ ਵੀ ਹੈਗੇ ਨੇ। ਹੁਣ ਕਿੱਥੇ 25 ਲੱਖ ਦੀ ਨੌਕਰੀ ਦਾ ਪ੍ਰਬੰਧ ਤੇ ਕਿੱਥੇ 29,000 ਨੌਕਰੀ ਦੇਣ ਦਾ ਪ੍ਰਬੰਧ? ਚਲੋ ਲੱਖ ਦੇ ਦਿਓਗੇ ਤੁਸੀਂ ਨੌਕਰੀ, ਲੇਕਿਨ ਬਾਕੀ 24 ਲੱਖ ਕਿੱਥੇ ਜਾਵੇਗਾ? ਉਹ ਤਾਂ ਫਿਰ ਇਸੇ ਰਾਹ 'ਤੇ ਜਾਵੇਗਾ, ਜਾਂ ਚਿੱਟੇ ਦੇ ਰਾਹ 'ਤੇ ਜਾਵੇਗਾ, ਜਾਂ ਵਿਦੇਸ਼ਾਂ ਦੇ ਰਾਹ 'ਤੇ ਜਾਵੇਗਾ। ਇਸ ਲਈ ਮੈਂ ਨਹੀਂ ਕਹਿੰਦਾ ਕਿ ਸਾਡੇ ਕੋਲ ਕੋਈ ਜਾਦੂ ਦੀ ਛੜੀ, ਕਿਉਂਕਿ ਪੰਜਾਬ ਆਲਰੇਡੀ 3 ਲੱਖ ਕਰੋੜ ਦਾ ਕਰਜ਼ਈ ਆ। ਪੈਸੇ ਹੀ ਹੈ ਨਹੀਂਗਾ, ਨੌਕਰੀਆਂ ਦੇਣ ਵਾਸਤੇ ਵੀ ਤਾਂ ਪੈਸੇ ਚਾਹੀਦੇ ਨੇ ਨਾ। ਅਕਸਰ ਉਹਨਾਂ ਨੂੰ ਪੈਨਸ਼ਨਸ ਦੇਣੀਆਂ, ਉਹਨਾਂ ਨੂੰ ਤਨਖਾਹਾਂ ਦੇਣੀਆਂ, ਉਹਨਾਂ ਦਾ ਬਣਦਾ ਜਿਹੜਾ ਭੱਤਾ ਦੇਣਾ ਤਾਂ ਗਵਰਨਮੈਂਟ ਦੇ ਨਹੀਂ ਸਕਦੀ। ਦੂਸਰਾ ਇਹਦਾ ਇੱਕੋ ਅਲਟਰਨੇਟਿਵ ਹੁੰਦਾ ਕਿ ਜਾਂ ਸਟੇਟ ਇੰਡਸਟਰੀਲਾਈਜ਼ਡ ਹੋਵੇ
ਜਿੱਦਾਂ ਗੁਜਰਾਤ ਇੰਡਸਟਰੀਲਾਈਜ਼ਡ ਆ ਜਾਂ ਮਹਾਰਾਸ਼ਟਰ ਇੰਡਸਟਰੀਲਾਈਜ਼ਡ ਆ, ਜਾਂ ਇੰਡਸਟਰੀ ਇੰਨੀ ਕੁ ਹੋਵੇ ਕਿ ਸਾਡੇ ਜਿਹੜੇ ਬੱਚੇ ਨੇ ਪ੍ਰਾਈਵੇਟ ਸੈਕਟਰ ਵਿੱਚ ਇੰਡਸਟਰੀਆਂ ਵਿੱਚ ਉਹਨਾਂ ਨੂੰ ਨੌਕਰੀਆਂ ਮਿਲ ਜਾਣ, ਤਾਂ ਉਹ ਕਾਫੀ ਹੱਦ ਤੱਕ ਠੀਕ ਹੋ ਜਾਂਦਾ। ਹੁਣ ਸਾਡੇ ਕੋਲ ਇੰਡਸਟਰੀ ਵੀ ਹੈ ਨਹੀਂ ਪੰਜਾਬ, ਔਰ ਪੰਜਾਬ ਦੀ ਤਰਾਸਦੀ ਇਹ ਹੈ ਕਿ ਪੰਜਾਬ ਇੱਕ ਦੇਸ਼ ਦੇ ਨੁੱਕਰ 'ਤੇ ਆ। ਨੁੱਕਰ ਦੇ ਹੋਣ ਕਰਕੇ, ਪਾਕਿਸਤਾਨ ਦੇ ਨਾਲ ਬਾਰਡਰ ਹੋਣ ਕਰਕੇ, ਅਸੀਂ ਜਿਹਨੇ ਪੰਜਾਬ ਅੰਗਰੇਜ਼ੀ 'ਚ ਕਹਿੰਦੇ ਵੀ ਆਰ ਅ ਲੈਂਡ ਲੌਕਡ ਸਟੇਟ। ਸਾਡੇ ਕੋਲ ਕੋਈ ਬੰਦਰਗਾਹ ਨਹੀਂ ਹੈ, ਕੋਈ ਸਾਡੇ ਕੋਲ ਇਹ ਰਾਸਤਾ ਨਹੀਂਗਾ ਕਿ ਅਸੀਂ ਵਪਾਰ ਕਰ ਸਕੀਏ। ਸਾਡਾ ਜਿਹੜਾ ਜ਼ਮੀਨ ਦੇ ਥੱਲੇ ਵੀ ਆ, ਜਿੱਦਾਂ ਛੱਤੀਸਗੜ੍ਹ ਕੋਲ, ਝਾਰਖੰਡ ਕੋਲ ਜਾਂ ਦੂਸਰੀਆਂ ਸਾਡੀਆਂ ਜਿਹੜੀਆਂ ਸਟੇਟਸ ਨੇ, ਉਹਨਾਂ ਕੋਲ ਬਹੁਤ ਮਿਨਰਲਸ ਹੈ ਨੀਚੇ। ਕਿਸੇ ਕੋ ਕੋਲਾ ਹੈ, ਕਿਸੇ ਕੋ ਆਇਰਨ ਹੈ, ਕਿਸੇ ਕੋ ਕਾਪਰ ਹੈ। ਸਾਡੇ ਕੋਲ ਧਰਤੀ ਦੇ ਥੱਲੇ ਸਿਰਫ ਪਾਣੀ ਆ, ਉਹ ਵੀ ਅਸੀਂ ਬਹੁਤ ਤੇਜ਼ੀ ਨਾਲ ਇਸਤੇਮਾਲ ਕਰਕੇ ਪਾਣੀ ਜਿਹੜਾ ਆਪਣੇ ਝੋਨੇ ਦੀ ਫਸਲ ਤੇ ਫਸਲਾਂ ਵਾਸਤੇ ਵਰਤ ਰਹੇ ਹਾਂ। ਇੱਕੋ ਹੋਰ ਪੋਸੀਬਲ ਰਾਹ ਹੈਗਾ ਵਾ ਕਿ ਕਿਸੇ ਤਰੀਕੇ ਨਾਲ ਸਾਡਾ ਪਾਕਿਸਤਾਨ ਦੇ ਨਾਲ ਜਿਹੜਾ ਵਪਾਰ ਦਾ ਬਾਰਡਰ ਆ ਇਹ ਖੁੱਲ੍ਹ ਜਾਵੇ। ਅਗਰ ਪਾਕਿਸਤਾਨ ਦੇ ਨਾਲ ਵਪਾਰ ਖੁੱਲ੍ਹਦਾ ਤੇ ਫਿਰ ਸਾਡੇ ਕੋਲ ਬੜੀ ਵਾਸਟ ਮਾਰਕੀਟ ਆ, ਨਾ ਸਿਰਫ ਪਾਕਿਸਤਾਨ, ਨਾ ਸਿਰਫ ਅਫਗਾਨਿਸਤਾਨ, ਈਰਾਨ ਜਾਂ ਉਸ ਤੋਂ ਅੱਗੇ ਮੰਗੋਲੀਆ, ਉਸ ਤੋਂ ਅੱਗੇ ਅਜ਼ਰਬੈਜਾਨ, ਉਜ਼ਬੇਕਿਸਤਾਨ, ਰਸ਼ੀਆ ਤੱਕ ਦਾ ਇੱਕ ਬਹੁਤ ਮਾਸ ਏਰੀਆ ਵਾ, ਮਾਸ, ਜਿਹੜੀ ਸਾਡੀ ਮਾਰਕੀਟ ਬਣ ਸਕਦੀ, ਜਿਹੜੀ ਮਾਰਕੀਟ ਤੋਂ ਅਸੀਂ ਆਪਣੀ ਗੰਨੇ ਦੀ ਫਸਲ ਵੇਚ ਸਕਦੇ ਹਾਂ, 2-3 ਗੁਣਾ ਭਾਅ 'ਤੇ ਕਣਕ ਵੇਚ ਸਕਦੇ ਹਾਂ, ਚੌਲ ਵੇਚ ਸਕਦੇ ਹਾਂ। ਇਹ ਸਾਰੀਆਂ ਚੀਜ਼ਾਂ ਸਾਡੀਆਂ ਵਿਕਣਗੀਆਂ ਤਾਂ ਪੰਜਾਬ ਦੇ ਹਾਲਾਤ ਠੀਕ ਹੋ ਸਕਦੇ। ਪਰ ਇਹਦੇ ਵਿੱਚ ਵੀ ਕੀ ਆ ਕਿ ਪੋਲੀਟਿਕਸ ਆ, ਕਿ ਕੇਂਦਰ ਦੀ ਜਿਹੜੀ ਵੀ ਸਰਕਾਰ ਬਣਦੀ ਆ, ਖਾਸ ਤੌਰ ਤੇ ਬੀਜੇਪੀ ਹੁਣ ਜਿਹੜੀ ਆ, ਉਹ ਪਾਕਿਸਤਾਨ ਨਾਲ ਪੇਚਾ ਪਾ ਕੇ ਰੱਖਦੀ ਆ, ਲੜਾਈ ਕਰਕੇ ਰੱਖਦੀ ਆ, ਹਮਲੇ ਕਰਕੇ, ਇੱਕ ਦੂਜੇ ਦੇ ਕਤਲੋ-ਗਾਰਤ ਕਰਕੇ, ਨਫ਼ਰਤ ਪੈਦਾ ਕਰਕੇ ਉਹਨਾਂ ਨੂੰ ਸਾਰੇ ਇੰਡੀਆ ਦੇ ਵਿੱਚ ਬਾਕੀ ਵੋਟ ਦਾ ਪੈਟਰਨ ਦੇ ਵਿੱਚ ਉਹਨਾਂ ਨੂੰ ਫਾਇਦਾ ਹੁੰਦਾ ਵਾ। ਔਰ ਭਗਵੰਤ ਮਾਨ ਬਿਲਕੁਲ ਬੀਜੇਪੀ ਦੀ ਲਾਈਨ ਟੋ ਕਰਨ ਲੱਗ ਗਿਆ। ਅਸੀਂ ਕਹਿੰਦੇ ਕਿ ਵਪਾਰ ਖੁੱਲ੍ਹਣਾ ਚਾਹੀਦਾ, ਇਹ ਪੁਰਾਣਾ ਸਿਲਕ ਰੂਟ ਹੈ, ਇਹਨੂੰ ਕਹਿੰਦੇ ਆ ਖੁੱਲ੍ਹਣਾ ਚਾਹੀਦਾ। ਉਹ ਕਹਿੰਦਾ ਨਹੀਂ ਜੀ, ਪਾਕਿਸਤਾਨ ਦੇ ਨਾਲ ਬਾਰਡਰ ਨਹੀਂ ਖੁੱਲ੍ਹਣਾ ਚਾਹੀਦਾ। ਸੋ ਪਹਿਲਾਂ ਤਾਂ ਸਾਡਾ ਡੱਕਾ ਇੱਥੇ ਹੀ ਲੱਗ ਗਿਆ। ਸਾਡਾ ਆਪਣੀ ਸਟੇਟ ਦਾ ਚੀਫ ਮਿਨਿਸਟਰ ਕਹਿੰਦਾ ਕਿ ਵਪਾਰ ਨਹੀਂ ਖੁੱਲ੍ਹਣਾ ਚਾਹੀਦਾ, ਤੇ ਫਿਰ ਪੰਜਾਬ ਤਰੱਕੀ ਕਿੱਦਾਂ ਕਰੇਗਾ? ਜਾਂ ਫਿਰ ਇੱਥੇ ਇੰਨੀ ਕੁ ਐਗਰੋ ਇੰਡਸਟਰੀ ਹੋਵੇ, ਜਿਹੜਾ ਸਾਡੇ ਫਸਲਾਂ ਦੀ ਨਿਕਲਦੀ ਆ ਇੰਡਸਟਰੀ, ਪ੍ਰੋਡਕਟਸ ਨੇ, ਉਹਦੀ ਇੰਨੀ ਕੁ ਐਗਰੋ ਇੰਡਸਟਰੀ ਅਸੀਂ ਤਿਆਰ ਕਰੀਏ ਜਿਹੜਾ ਕਿ ਸਾਡਾ ਇੱਥੇ ਨੌਕਰੀਆਂ ਮਿਲ ਸਕਣ, ਐਂਟਰਪ੍ਰੇਨਰ ਹੋ ਸਕਣ। ਜਿਨ੍ਹਾਂ ਨੇ ਵੈਸੇ ਪੈਸੇ ਕਮਾਉਣੇ, ਉਹ ਪੈਸੇ ਇੱਥੇ ਵੀ ਕਮਾ ਰਹੇ ਨੇ। ਮੇਰੇ ਪਿੰਡ ਵਿੱਚ ਬਾਹਰੋਂ ਆਣ ਕੇ ਭਈਏ ਬੈਠੇ ਨੇ। ਇੱਕ ਭਈਆ ਕਰਦਾ ਹੈ ਤਕਰੀਬਨ 300 ਕਿੱਲੇ ਦੀ ਖੇਤੀ, ਫੋਰਚੂਨਰ ਗੱਡੀ ਰੱਖੀ ਹੋਈ ਹੈ। ਇੱਕ ਭਈਆ ਜਿਹੜਾ ਕੰਸਟਰਕਸ਼ਨ ਕਰਦਾ ਮਕਾਨਾਂ ਦੀ, ਉਹਨੇ ਵੀ ਫੋਰਚੂਨਰ ਗੱਡੀ ਰੱਖੀ ਹੋਈ ਹੈ। ਸੋ ਜੇ ਚਾਹੀਏ ਤਾਂ ਇੱਥੇ ਕਾਫੀ ਹੱਦ ਤੱਕ ਠੀਕ ਹੋ ਸਕਦਾ, ਪਰ ਉਹਦੇ ਵਾਸਤੇ ਬੜੀ ਵੱਡੀ ਵਿਲ ਪਾਵਰ ਚਾਹੀਦੀ, ਬੜੇ ਠੋਸ ਫੈਸਲੇ ਲੈਣੇ ਪੈਣਗੇ। ਬਾਰਡਰ ਦੀ ਨੂੰ ਖੁੱਲ੍ਹਣ ਵਾਸਤੇ ਬਹੁਤ ਵੱਡੇ ਪੱਧਰ 'ਤੇ ਕੇਂਦਰ ਦੇ ਨਾਲ ਲੜਾਈ ਲੜਨੀ ਪਵੇਗੀ, ਔਰ ਐਗਰੋ ਇੰਡਸਟਰੀ ਨੂੰ ਪ੍ਰਮੋਟ ਕਰਨਾ ਪਵੇਗਾ। ਅਤੇ ਨਾਲ ਹੀ ਕਨੈਕਟਡ ਇਹ ਹੈਗਾ ਕਿ ਅਗਰ ਇਸ ਸਪੀਡ ਨਾਲ ਸਾਡੇ ਬੱਚੇ ਬਾਹਰ ਜਾਣਗੇ ਤਾਂ ਪੰਜਾਬ ਤਾਂ ਖਾਲੀ ਹੋ ਜਾਊਗਾ। ਆ ਜਿਹੜੀਆਂ ਹੁਣ ਤੁਹਾਨੂੰ ਪੱਗਾਂ ਨਜ਼ਰ ਆ ਰਹੀਆਂ ਨੇ, ਗੁਰਸਿੱਖ ਨੇ, ਇਹ ਸਾਰਾ ਕੁਝ ਖਤਮ ਹੋ ਜਾਊਗਾ। ਜਿਸ ਹਿਸਾਬ ਨਾਲ ਸਾਡੀ ਪੰਜਾਬ ਦੀ ਪੋਪੂਲੇਸ਼ਨ ਜਾ ਰਹੀ ਹੈ, ਕੋਈ 3 ਕਰੋੜ ਚੋਂ ਜ਼ਿਆਦਾ ਨਹੀਂ ਤਾਂ 60-70 ਲੱਖ ਬੰਦਾ ਤਾਂ ਬਾਹਰ ਪੰਜਾਬ ਚੋਂ ਜਾ ਚੁੱਕਾ। ਸਾਡਾ ਪੈਸਾ ਵੀ ਬਹੁਤ ਰੁੜ ਗਿਆ ਉਹਦੇ ਨਾਲ। ਔਰ ਇਹ ਗੱਲ ਮੈਂ ਜਦੋਂ ਕਹੀ ਆ ਉੱਥੇ ਸਪੀਕਰ ਸਾਹਿਬ ਨੂੰ ਮਿਲ ਕੇ ਜਨਵਰੀ ਦੇ ਵਿੱਚ, ਕਿ ਆਹ ਇੱਕ ਕਾਨੂੰਨ ਬਣਾਓ ਰਾਜਸਥਾਨ, ਹਿਮਾਚਲ ਪ੍ਰਦੇਸ਼ ਤੇ ਗੁਜਰਾਤ ਦੀ ਤਰਜ਼ ਤੇ, ਕਿ ਇੱਥੇ ਜਿਹੜਾ ਵੀ ਕੋਈ ਪੰਜਾਬ ਦੇ ਵਿੱਚ ਆਉਣਾ ਚਾਹੁੰਦਾ, ਜੀ ਸੱਦ ਕੇ ਆਵੇ, ਕੰਮ ਕਰੇ, ਪੈਸੇ ਕਮਾਵੇ, ਲੇਕਿਨ ਇੱਕਦਮ ਬਸ਼ਿੰਦਾ ਬਣਨਾ, ਵੋਟਰ ਬਣਨਾ, ਮਾਲਕ ਬਣਨਾ, ਉਹਦੇ ਨਾਲ ਸਾਡੀ ਆਈਡੈਂਟੀਟੀ ਕ੍ਰਾਈਸਿਸ ਆ ਰਿਹਾ। ਡੈਮੋਗ੍ਰਾਫਿਕ ਸਿਚੁਏਸ਼ਨ ਬਹੁਤ ਵੱਡੇ ਪੱਧਰ ਦੇ ਉੱਤੇ ਚੇਂਜ ਹੋ ਰਹੀ ਆ। ਲੇਕਿਨ ਇਸ ਗੱਲ ਦੇ ਉੱਤੇ ਵੀ ਉਹਨਾਂ ਨੇ ਗੌਰ ਨਹੀਂ ਕੀਤਾ। ਸਾਡੇ ਉਸ ਅੱਛੀ ਸਲਾਹ ਨੂੰ ਅਕਸਰ ਹਿਮਾਚਲ ਨੇ ਪਾਸ ਕੀਤਾ ਕਾਨੂੰਨ। ਉੱਥੇ ਤੁਸੀਂ ਜਾ ਕੇ ਕੋਈ ਵੀ ਐਗਰੀਕਲਚਰ ਜ਼ਮੀਨ ਨਹੀਂ ਖਰੀਦ ਸਕਦੇ, ਵੋਟਰ ਨਹੀਂ ਬਣ ਸਕਦੇ। ਸ਼ਰਤਾਂ ਪੂਰੀਆਂ ਕਰਨੀਆਂ ਪੈਂਦੀਆਂ, ਸ਼ਰਤਾਂ ਪੂਰੀਆਂ ਕਰੋ, ਜੀ ਸੱਦ ਕੇ ਆਓ। ਤੇ ਕੁਝ ਲੋਕ ਕਹਿੰਦੇ ਨਹੀਂ ਜੀ ਆਪਾਂ ਨੂੰ ਕੈਨੇਡਾ ਵੀ ਚੱਲਦਾ, ਜੇ ਆਪਾਂ ਕਹਿੰਦੇ ਸਾਡੇ ਪੰਜਾਬ ਦੇ ਵਿੱਚ ਬਾਹਰੋਂ ਨਾ ਆਉਣ। ਥੋੜ੍ਹਾ ਫਰਕ ਸਮਝੋ। ਕੈਨੇਡਾ ਦੀ ਓਰੀਜਨਲ ਪੋਪੂਲੇਸ਼ਨ ਉੱਥੇ ਹੀ ਆ, ਉਹ ਸ਼ਿਫਟ ਨਹੀਂ ਹੋ ਰਹੀ। ਪੰਜਾਬ ਦੀ ਓਰੀਜਨਲ ਪੋਪੂਲੇਸ਼ਨ ਸ਼ਿਫਟ ਹੋ ਕੇ ਬਾਹਰ ਜਾ ਰਹੀ ਆ, ਤੇ ਉਹਦੀ ਜਗ੍ਹਾ ਦੇ ਉੱਤੇ ਬਾਹਰੋਂ ਆਣ ਕੇ ਲੋਕੀ ਪਿੰਡਾਂ ਦੇ ਵਿੱਚ ਵਸ ਰਹੇ ਨੇ, ਜਿਹਦੇ ਨਾਲ ਸਾਡੀ ਵਸੋਂ ਦਾ ਬਹੁਤ ਵੱਡਾ ਇੱਕ ਤਵਾਜ਼ਨ ਜਿਹੜਾ ਹੈ ਉਹ ਹਿੱਲ ਜਾਵੇਗਾ। ਅਗਲੇ 15-20 ਸਾਲ ਦੀ ਤੋਂ ਜ਼ਿਆਦਾ ਲੋੜ ਹੀ ਨਹੀਂ ਪੈਣੀ, ਇੱਥੇ ਤੁਹਾਨੂੰ ਮੁੜ ਕੇ ਲੱਭਣਾ ਹੀ ਨਹੀਂਗਾ। ਇਸ ਕਰਕੇ ਇਹ ਸਾਰੀਆਂ ਗੱਲਾਂ ਤੁਹਾਡੇ ਨਾਲ ਅੱਜ ਡਿਸਕਸ ਕਰਨੀਆਂ ਬਹੁਤ ਅਹਿਮ ਸੀਗੀਆਂ। ਵੀ ਹੈਵ ਟੂ ਇੰਪਰੂਵ ਆਵਰ ਐਗਰੋ ਇੰਡਸਟਰੀ। ਗਵਰਨਮੈਂਟ ਨੂੰ ਬਹੁਤ ਤਗੜੇ ਉਪਰਾਲੇ ਕਰਕੇ ਜਿਹੜੇ ਨਵੇਂ ਐਂਟਰਪ੍ਰੇਨਰਸ ਨੇ, ਬੱਚੇ ਨੇ, ਉਹਨਾਂ ਨੂੰ ਸੌਫਟ ਲੋਨਸ ਦੇਣ, ਉਹਨਾਂ ਦੀ ਮਦਦ ਕਰਨ, ਸਰਕਾਰ ਸਹਾਈ ਹੋਵੇ, ਇੰਡਸਟਰੀ ਲੱਗੇ, ਕਿਉਂਕਿ ਐਗਰੋ ਇੰਡਸਟਰੀ ਹੀ ਕਾਮਯਾਬ ਹੋਣੀ। ਇੱਥੇ ਦੂਜੀਆਂ ਇੰਡਸਟਰੀਆਂ ਨਹੀਂ ਚੱਲ ਰਹੀਆਂ। ਲੁਧਿਆਣਾ ਵੀ ਫੇਲ ਹੋ ਰਿਹਾ, ਉਹ ਜਾ ਰਹੇ ਨੇ, ਸ਼ਿਫਟ ਕਰ ਰਹੇ ਨੇ। ਗੋਬਿੰਦਗੜ੍ਹ ਵੀ ਫੇਲ ਹੋ ਗਿਆ, ਉਹ ਵੀ ਜਾ ਰਹੇ ਨੇ। ਬਟਾਲਾ ਤਾਂ ਪਹਿਲਾਂ ਹੀ ਬੰਦ ਹੋ ਗਿਆ, ਗੁਰਾਇਆ ਪੂਰਾ ਬੰਦ ਹੋ ਗਿਆ ਜਿਹੜੀ ਸੀਗੀ। ਇਸ ਕਰਕੇ ਐਗਰੋ ਇੰਡਸਟਰੀ ਪ੍ਰਮੋਟ ਹੋਵੇ ਤੇ ਸਾਡਾ ਪਾਕਿਸਤਾਨ ਦੇ ਨਾਲ ਬਾਰਡਰ ਖੁੱਲ੍ਹਣਾ ਬਹੁਤ ਲਾਜ਼ਮੀ ਆ। ਇਹ ਅੱਜ ਨੁਕਤੇ ਦੀ ਗੱਲ ਤੁਹਾਡੇ ਨਾਲ ਮੈਂ ਸਾਂਝੀ ਕਰਨੀ ਸੀ। ਉਮੀਦ ਆ ਠੀਕ ਲੱਗੇਗੀ। ਅਗਰ ਠੀਕ ਲੱਗੀ ਤਾਂ ਇਸ ਨੂੰ ਠੀਕ ਤਰੀਕੇ ਨਾਲ ਸ਼ੇਅਰ ਕਰਨਾ। ਇੱਕ ਵਾਰ ਫਿਰ ਮੈਂ ਆਪਣੇ ਕੱਲ੍ਹ ਮੈਂ ਇਹਨਾਂ ਦੇ ਆਇਆ ਸੀ, ਭੋਗ ਸੀਗਾ,
ਤੇ ਮੈਂ ਇਹਨਾਂ ਦੇ ਪਰਿਵਾਰ ਦੇ ਨਾਲ ਹਮਦਰਦੀ ਵਿਅਕਤ ਕਰਦਾ। ਨਿਸ਼ਾਨ ਸਿੰਘ ਜਿਹੜਾ ਬੱਚਾ ਮਾਰਿਆ ਗਿਆ, ਸਾਡਾ ਇੱਕ ਹੋਰ ਬੱਚਾ ਮਾਰਿਆ ਗਿਆ ਵਾ, ਉਹ ਪੁਲਿਸ ਅਫਸਰ ਬਣ ਗਿਆ ਸੀਗਾ ਉੱਥੇ ਕੈਨੇਡਾ 'ਚ, ਪਦਾਸਾਂ ਦਾ ਨਾਮ ਕੀ ਸੀ ਮਨੀਸ਼ ਉਹਦਾ? ਗੁਰਸ਼ਿੰਦਰ ਨਾਂ ਸੀਗਾ। ਉਹ ਪੁਲਿਸ ਦੇ ਵਿੱਚ ਪੂਰਾ ਕੋਰਸ ਕਰਕੇ ਪੁਲਿਸ ਅਫਸਰ ਬਣ ਗਿਆ ਤੇ ਉਹ ਜੁਆਇਨ ਕਰਨ ਤੋਂ ਪਹਿਲਾਂ ਉਹਦਾ ਐਕਸੀਡੈਂਟ ਹੋ ਕੇ ਉਹਦੀ ਮੌਤ ਹੋ ਗਈ। ਤਾਂ ਸਾਡੇ ਤਾਂ ਬਹੁਤ ਬੱਚੇ ਵਿਦੇਸ਼ਾਂ ਵਿੱਚ ਜਾ ਕੇ ਵੀ ਨੁਕਸਾਨ ਹੋ ਰਿਹਾ, ਕੋਈ ਕਤਲ ਹੋ ਰਿਹਾ, ਕੋਈ ਐਕਸੀਡੈਂਟ 'ਚ। ਤੇ ਜੇ ਸਾਡੀ ਧਰਤੀ ਪੰਜਾਬ ਜਿਹੜਾ ਕਿ ਸਾਡਾ ਵਿਰਸਾ, ਜੇ ਇੱਥੇ ਸਾਡੇ ਕੋਲ ਇੰਨੀ ਇੱਕ ਰੀਜ਼ਨੇਬਲ ਸਾਧਨ ਹੋਣ ਕਿ ਸਾਡੇ ਬੱਚੇ ਇੱਥੇ ਕਮਾਈ ਕਰ ਸਕਣ, ਆਪਣੇ ਘਰ ਪਾਲ ਸਕਣ, ਆਪਣੇ ਬੱਚੇ ਪੈਦਾ ਕਰਕੇ ਉਹਨਾਂ ਨੂੰ ਅੱਗੇ ਪੜ੍ਹਾ ਸਕਣ, ਤਾਂ ਮੈਂ ਸਮਝੂੰਗਾ ਕਿ ਸਾਡੀਆਂ ਸਰਕਾਰਾਂ ਕੁਝ ਹੱਦ ਤੱਕ ਕਾਮਯਾਬ ਹੋਈਆਂ। ਸਾਰਾ ਕੁਝ ਤਾਂ ਜ਼ਿੰਦਗੀ 'ਚ ਨਹੀਂ ਮਿਲਦਾ ਹੁੰਦਾ, ਪਰ ਕੁਝ ਰੀਜ਼ਨੇਬਲ ਗੁਜ਼ਾਰੇ ਜੋਗੀ ਜ਼ਿੰਦਗੀ ਵੀ ਇੱਥੇ ਮਿਲ ਜੇ, ਉਹ ਬਾਹਰ ਜਾ ਕੇ ਗੁਲਾਮੀ ਕਰਨ ਨਾਲੋਂ 100 ਗੁਣਾ ਸਾਡੀ ਜ਼ਿੰਦਗੀ ਇੱਥੇ ਚੰਗੀ ਹੋ ਸਕਦੀ ਆ। ਮੇਰੇ ਨਾਲ ਜੁੜਨ ਵਾਸਤੇ ਤੁਹਾਡਾ ਸਾਰਿਆਂ ਦਾ ਧੰਨਵਾਦ। ਇਲਾਕੇ ਦੇ ਸਾਡੇ ਸਤਿਕਾਰਯੋਗ ਜਿੰਨੇ ਵੀ ਪਤਵੰਤੇ ਸੱਜਣ ਨੇ, ਮੈਂ ਇਹਨਾਂ ਦਾ ਵੀ ਬਹੁਤ ਰਿਣੀ ਆ। ਔਰ ਮਾਨ ਸਿੰਘ ਦਾ ਇੱਕ ਵਾਰੀ ਫਿਰ ਸ਼ੁਕਰੀਆ ਅਦਾ ਕਰਦਾ ਕਿ ਤੁਹਾਡੇ ਬੱਚਿਆਂ ਨੇ ਬਾਹਰੋਂ ਆਣ ਕੇ ਜੋ ਇਹਨਾਂ ਨੇ ਫਿਰੋਜ਼ਪੁਰ ਦੇ ਵਿੱਚ ਵੀ ਹੜ੍ਹਾਂ ਦੇ ਵਿੱਚ ਬਹੁਤ ਜਾ ਕੇ ਮਦਦ ਕੀਤੀ ਆ, ਇਹਨਾਂ ਦਾ ਵੀ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਫਤਿਹ ਪ੍ਰਵਾਨ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।